ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਪਿਛਲੀ ਵੀਡੀਓ ਦੇ ਵਿੱਚ ਤੁਸੀਂ ਜਾਣੂ ਹੋਏ ਕਿ ਚਮਕੌਰ ਗਲੀ ਦੇ ਸ਼ਹੀਦਾਂ ਦੇ ਸੰਸਕਾਰ ਕਿਵੇਂ ਹੋਏ ਤੇ ਕਿਸ ਨੇ ਕਰੇ। ਅਗਰ ਤੁਸੀਂ ਇਸ ਇਤਿਹਾਸ ਤੋਂ ਜਾਣੂ ਨਹੀਂ ਤਾਂ ਡਿਸਕ੍ਰਿਪਸ਼ਨ ਤੇ ਆਈ ਬਟਨ ਦੇ ਵਿੱਚ ਦਿੱਤੇ ਲਿੰਕ ਤੋਂ ਇਹ ਵੀਡੀਓ ਨੂੰ ਜ਼ਰੂਰ ਦੇਖਣਾ। ਤਾਂ ਚਲੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਸ਼ਹੀਦੀਆਂ ਦੇ ਇਤਿਹਾਸ ਨੂੰ ਸਰਵਣ ਕਰਦੇ ਹਾਂ। ਸਰਹੰਦ ਸ਼ਹਿਰ ਵਿੱਚ ਇਹ ਖਬਰ ਸਭ ਤੱਕ ਪਹੁੰਚ ਗਈ ਕਿ ਗੁਰੂ ਜੀ ਦੇ ਬੱਚਿਆਂ ਨੂੰ ਜਿਉਂਦੇ ਨੀਹਾਂ ਵਿੱਚ ਚਿਣਨ ਦਾ ਫਤਵਾ ਸੁਣਾ ਦਿੱਤਾ ਗਿਆ ਹੈ। ਘਰ ਘਰ ਇਹ ਗੱਲਾਂ ਹੋਣ ਲੱਗੀਆਂ। ਧਰਮੀ ਲੋਕ ਮਨ ਹੀ ਮਨ ਨਵਾਬ ਨੂੰ ਧਿਰਕਾਰ ਪਾਉਣ ਲੱਗੇ, ਪਰ ਕਰ ਕੁਝ ਨਹੀਂ ਸੀ ਸਕਦੇ। ਸਰਹੰਦ ਸ਼ਹਿਰ ਵਿੱਚ 1400 ਘਰ ਸਿੱਖਾਂ ਦੇ ਸੀ, ਪਰ ਉਹ ਜਾਬਰ ਸਰਕਾਰ ਅੱਗੇ ਕੁਝ ਕਹਿਣ ਦੀ ਸਮਰੱਥਾ ਨਹੀਂ ਸੀ ਰੱਖਦੇ। ਕੁਝ ਸ਼ਹਿਰ ਵਾਸੀਆਂ ਇਕੱਠੇ ਹੋ ਸਲਾਹ ਕੀਤੀ ਕਿ ਜੇਕਰ ਨਵਾਬ ਨੂੰ ਸਾਹਿਬਜ਼ਾਦਿਆਂ ਦੇ ਬਰਾਬਰ ਸੋਨਾ ਦੇ ਦਈਏ ਤਾਂ ਉਹ ਮਾਸੂਮਾਂ ਨੂੰ ਛੱਡ ਦੇਵੇਗਾ, ਪਰ ਵਿੱਚੋਂ ਕਿਸੇ ਸਿੱਖ ਨੇ ਕਿਹਾ ਕਿ ਉਹ ਸੋਨਾ ਵੀ ਰੱਖ ਲਵੇਗਾ ਤੇ ਸਾਹਿਬਜ਼ਾਦਿਆਂ ਨੂੰ ਵੀ ਨਹੀਂ ਛੱਡੇਗਾ। ਆਪਣੀ ਇੰਨੀ ਪਹੁੰਚ ਕਿੱਥੇ, ਉਹ ਹੋਵੇਗਾ ਜੋ ਗੁਰੂ ਨੂੰ ਪਾਉਂਦਾ ਹੋਇਆ। ਬੇਬਸ ਹੋਇਆਂ ਨੇ ਸਭ ਪਰਮਾਤਮਾ ਤੇ ਛੱਡ ਦਿੱਤਾ। ਇਹ ਸਲਾਹ ਵੀ ਕਿਸੇ ਸਿਰੇ ਨਾ ਚੜ ਸਕੀ। ਪਲ ਘੜੀਆਂ ਪਹਿਰ ਬੀਤ ਕੇ ਦਿਨ ਚੜ ਆਇਆ। ਇਹ 13 ਪੋਹ ਦਾ ਦਿਨ ਕੀ ਕਰ ਗੁਜ਼ਰੇਗਾ, ਸਭ ਦਾ ਧਿਆਨ ਇੱਧਰ ਹੀ ਲੱਗਾ ਹੋਇਆ ਸੀ। ਆਮ ਲੋਕ ਕਚਹਿਰੀ ਦੇ ਕੋਲ ਇਕੱਠੇ ਹੋਣ ਲੱਗੇ, ਜਿੱਥੇ ਅੱਜ ਦੋ ਨੰਨੀਆਂ ਜਿੰਦਾਂ ਦੀ ਜ਼ਿੰਦਗੀ ਤੇ ਮੌਤ ਦਾ ਫੈਸਲਾ ਹੋਣਾ ਸੀ। ਨਵਾਬ ਵਜ਼ੀਰ ਖਾਂ ਕਚਹਿਰੀ ਲਾ ਬੈਠ ਗਿਆ। ਅਮੀਰ ਵਜ਼ੀਰ ਤੇ ਸ਼ਹਿਰ ਦੇ ਸਰਦੇ ਪੁੱਜਦੇ ਧਨਾੜ ਸਭ ਆਣ ਹਾਜ਼ਰ ਹੋਏ। ਪਿਛਲੇ 2 ਦਿਨਾਂ ਤੋਂ ਭੀੜ ਬਹੁਤ ਜ਼ਿਆਦਾ ਹੋ ਗਈ। ਅੱਜ ਦੀ ਇਹ ਭੀੜ ਦਾ ਇਕੱਠ ਤਮਾਸ਼ਗੀਰਾਂ ਦਾ ਸੀ। ਨਵਾਬ ਨੇ ਹੁਕਮ ਦਿੱਤਾ ਕਿ ਗੁਰੂ ਦੇ ਬੱਚਿਆਂ ਨੂੰ ਲੈ ਕੇ ਆਵੋ। ਸਿਪਾਹੀ ਹੁਕਮ ਮੰਨ ਦੌੜੇ ਗਏ, ਬੁਰਜ ਦੀਆਂ ਪੌੜੀਆਂ ਚੜ੍ਹੇ। ਸਿਪਾਹੀਆਂ ਨੇ ਬਿਰਧ ਮਾਤਾ ਜੀ ਨੂੰ ਕਿਹਾ, ਬੱਚਿਆਂ ਨੂੰ ਨਵਾਬ ਸਾਹਿਬ ਨੇ ਬੁਲਾਇਆ ਹੈ। ਦਾਦੀ ਮਾਂ ਨੇ ਧੀਰਜ ਨਾਲ ਕਿਹਾ ਕਿ ਮੈਂ ਤਿਆਰ ਕਰ ਹੁਣੇ ਤੁਹਾਡੇ ਨਾਲ ਤੋਰ ਦਿੰਦੀ ਹਾਂ। ਸਾਹਿਬਜ਼ਾਦਿਆਂ ਨੂੰ ਦਾਦੀ ਮਾਂ ਨੇ ਗਲਵੱਕੜੀ ਵਿੱਚ ਲੈ ਮਣਾ ਮੂੰਹੀਂ ਪਿਆਰ ਦਿੱਤਾ। ਵਾਰ-ਵਾਰ ਬਲਵਲੇ ਉੱਠਦੇ, ਫਿਰ ਗਲ ਨਾਲ ਲਾ ਲੈਂਦੀ। ਦਿਲ ਤੇ ਪੱਥਰ ਰੱਖ ਦਾਦੀ ਮਾਂ ਨੇ ਹੱਥੀਂ ਤਿਆਰ ਕਰ ਤੋਰ ਦਿੱਤੇ। ਜਾਂਦਿਆਂ ਜਾਂਦਿਆਂ ਨੂੰ ਪਿਓ ਦਾਦੇ ਦੀ ਨਸੀਹਤ ਯਾਦ ਕਰਾਉਂਦੀ ਰਹੀ। ਕਦੇ ਚਮਕੌਰ ਦੀ ਗਲੀ ਵਿੱਚੋਂ ਪਿਤਾ ਨੇ ਪੁੱਤ ਹੱਥੀਂ ਤੋਰੇ ਸੀ, ਅੱਜ ਠੰਡੇ ਬੁਰਜ ਵਿੱਚੋਂ ਦਾਦੀ ਪੋਤਿਆਂ ਨੂੰ ਹੱਥੀਂ ਤੋਰ ਰਹੀ ਹੈ। ਪੋਤਰੇ ਦਾਦੀ ਨੂੰ ਤੇ ਦਾਦੀ ਪੋਤਿਆਂ ਨੂੰ ਦੇਖਦੀ ਰਹੀ ਜਦ ਤੱਕ ਦਿਸਣੋਂ ਨਾ ਹਟ ਗਏ। ਮਾਤਾ ਜੀ ਬੁਰਜ ਦੇ ਕੋਲੇ ਨਾਲ ਢੋ ਲਾ ਕੇ ਬੈਠ ਗਏ। ਇਸ ਦੁੱਖ ਨੂੰ ਜਰਨ ਲਈ ਬਿਰਤੀ ਨੂੰ ਅਕਾਲ ਪੁਰਖ ਦੇ ਚਰਨਾਂ ਨਾਲ ਜੋੜ ਲਿਆ। ਉਸ ਦੀ ਸੁਰਤੀ ਕਿਸੇ ਅਗੰਮੀ ਮੰਡਲਾਂ ਵਿੱਚ ਚਲੀ ਗਈ। ਉਧਰ ਕਚਹਿਰੀ ਵੜਦਿਆਂ ਹੀ ਫਤਿਹ ਦੀ ਗੂੰਜ ਪਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਦੇ ਮੂੰਹ ਵੱਡੇ ਦਰਵਾਜ਼ੇ ਵੱਲ ਹੋ ਗਏ। ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਆਉਂਦੇ ਦਿਸੇ। ਚਿਹਰਿਆਂ ਤੇ ਨੂਰ ਹੀ ਨੂਰ ਦਿਸਿਆ। ਕੋਈ ਵੀ ਡਰ ਭੈ ਉਹਨਾਂ ਤੋਂ ਕੋਹਾਂ ਦੂਰ ਜਾਪਿਆ। ਸਭ ਦਾ ਧਿਆਨ ਉਹਨਾਂ ਵੱਲ ਹੀ ਲੱਗਾ ਹੋਇਆ ਸੀ। ਨਵਾਬ ਨੇ ਫਿਰ ਪੁੱਛਿਆ, ਬੱਚਿਓ, ਜੇ ਅਜੇ ਵੀ ਇਸਲਾਮ ਕਬੂਲ ਕਰ ਲਵੋ ਤਾਂ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ, ਨਹੀਂ ਤਾਂ ਫਤਵੇ ਅਨੁਸਾਰ ਨੀਹਾਂ ਵਿੱਚ ਚਿਣ ਕੇ ਮਾਰ ਦਿੱਤਾ ਜਾਵੇਗਾ। ਈਨ ਨਾ ਮੰਨਣ ਦੀ ਸੂਰਤ ਵਿੱਚ ਮਰਨ ਲਈ ਤਿਆਰ ਹੋ ਜਾਵੋ। ਸੁੱਚਾਨੰਦ ਵਰਗੇ ਨੀਚ ਤਾਂ ਪੂਰੀ ਵਾਹ ਲਾਈ ਜਾਂਦੇ ਕਿ ਜਾਂ ਤਾਂ ਨਵਾਬ ਸਾਹਿਬ ਦਾ ਕਹਿਣਾ ਮੰਨ ਲਵੋ, ਨਹੀਂ ਤਾਂ ਮਾਰ ਦਿੱਤੇ ਜਾਵੋਗੇ। ਇਸ ਤਰ੍ਹਾਂ ਹੋਰ ਵੀ ਬਹੁਤ ਨਵਾਬ ਤੇ ਚਾਪਲੂਸਾਂ ਨੇ ਜ਼ੋਰ ਲਾਇਆ। ਇਹ ਸਭ ਕੁਝ ਸੁਣ ਕੇ ਜੋਰਾਵਰ ਸਿੰਘ ਜੀ ਨੇ ਛੋਟੇ ਵੀਰ ਫਤਿਹ ਸਿੰਘ ਨੂੰ ਦ੍ਰਿੜਤਾ ਨਾਲ ਕਿਹਾ, ਹੁਣ ਦੱਸ ਕਿਵੇਂ ਬਣ ਆਵੇ। ਤਾਂ ਛੋਟੇ ਵੀਰ ਨੇ ਕਿਹਾ, ਜੇ ਆਪਾਂ ਨੇ ਆਪਣਾ ਧਰਮ ਹੀ ਛੱਡ ਦਿੱਤਾ ਤਾਂ 10 ਪਾਤਸ਼ਾਹੀਆਂ ਦੀ ਹਾਨੀ ਹੋਵੇਗੀ। ਜੇ ਆਪਣਾ ਧਰਮ ਹੀ ਨਾ ਰਿਹਾ ਤਾਂ ਆਪਾਂ ਜਿਉਂਦੇ ਰਹਿ ਕੇ ਕੀ ਲੈਣਾ। ਜ਼ੁਲਮ ਅੱਗੇ ਈਨ ਮੰਨ ਲੈਣੀ 10 ਪਾਤਸ਼ਾਹੀਆਂ ਦੀ ਸ਼ਾਨ ਦੇ ਖਿਲਾਫ ਹੈ। ਧਰਮ ਨਾਲੋਂ ਜਾਨ ਨੂੰ ਪਿਆਰੀ ਜਾਣਨਾ ਕਾਇਰਾਂ ਦਾ ਕੰਮ ਹੁੰਦਾ ਹੈ। ਆਪਣੇ ਬਾਬਾ ਜੀ ਤੇ ਪਿਤਾ ਜੀ ਦੇ ਨਾਮ ਨੂੰ ਤੱਬਾ ਨਾ ਲੱਗ ਜਾਵੇ, ਇਸ ਲਈ ਜਾਨ ਵਾਰ ਦੇਣੀ ਹੀ ਠੀਕ ਹੈ। ਦੋਨਾਂ ਵੀਰਾਂ ਨੇ 7 ਸਾਲ ਤੇ 9 ਸਾਲ ਤੋਂ ਘੱਟ ਉਮਰ ਵਿੱਚ ਆਖਰੀ ਫੈਸਲਾ ਲੈ ਲਿਆ ਕਿ ਅਸੀਂ ਮਰਨ ਨੂੰ ਤਿਆਰ ਹਾਂ। 10ਮ ਪਿਤਾ ਜੀ ਦੇ ਪੁੱਤਰਾਂ ਨੇ ਮਰਨ ਦਾ ਫੈਸਲਾ ਲੈ ਲਿਆ। ਇਹ ਸੁਣ ਸਾਰੇ ਦੰਗ ਰਹਿ ਗਏ।
ਸੁਣਨ ਵਾਲਿਆਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਸਾਰੇ ਪਾਸੇ ਇਸ ਫੈਸਲੇ ਦੀ ਚਰਚਾ ਹੋਣ ਲੱਗੀ। ਨੀਹਾਂ ਵਿੱਚ ਚਿਣਨ ਦੀ ਥਾਂ ਜ਼ਾਲਮਾਂ ਨੇ ਕਚਹਿਰੀ ਦੇ ਨੇੜੇ ਹੀ ਚੁਣ ਲਈ। ਸਿਪਾਹੀ ਦੋਨਾਂ ਵੀਰਾਂ ਨੂੰ ਨਾਲ ਲੈ ਤੁਰੇ। ਲੋਕਾਂ ਦੀ ਭੀੜ ਮਗਰ ਹੋ ਤੁਰੀ। ਸਾਹਿਬਜ਼ਾਦਿਆਂ ਨੂੰ ਮਿੱਥੀ ਹੋਈ ਥਾਂ ਕੋਲ ਲਿਆ ਖੜਾ ਕੀਤਾ। ਦੋਨੋਂ ਵੀਰ ਇੱਕ ਦੂਜੇ ਦਾ ਹੱਥ ਫੜ ਕੇ ਖੜ ਗਏ। ਇੱਥੋਂ ਨਿੱਕੀਆਂ ਜਿੰਦਾਂ ਨੂੰ ਜਲਾਦਾਂ ਦੇ ਹਵਾਲੇ ਕਰ ਦਿੱਤਾ। ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਜਲਾਦਾਂ ਨੇ ਨਿੱਕੀਆਂ ਜਿੰਦਾਂ ਨੂੰ ਧੂ ਕੇ ਕਿਲੇ ਦੀ ਉਸ ਇਮਾਰਤ ਦੀ ਕੰਧ ਨਾਲ ਖੜੇ ਕਰ ਦਿੱਤਾ ਜਿੱਥੇ ਉਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਮਾਰਨਾ ਸੀ। ਅਡੋਲ ਖੜੀਆਂ ਨਿੱਕੀਆਂ ਜਿੰਦਾਂ ਦੇ ਦੁਆਲੇ ਰਾਜ ਮਿਸਤਰੀ ਕੰਧ ਕਰਨ ਲੱਗ ਪਏ। ਦੋਵੇਂ ਜਲਾਦ ਨੰਗੀਆਂ ਤਲਵਾਰਾਂ ਲੈ ਕੇ ਕਰੂਰਤਾ ਭਰੇ ਰਵੱਈਏ ਨਾਲ ਨਿੱਕੀਆਂ ਜਿੰਦਾਂ ਦੇ ਸਾਹਮਣੇ ਖੜ ਗਏ। ਜ਼ਾਲਮ ਆਲੇ ਦੁਆਲੇ ਇੱਟਾਂ ਲਗਾਉਣ ਲੱਗ ਪਏ। ਕੋਮਲ ਪੈਰਾਂ ਤੇ ਇੱਟਾਂ ਦਾ ਭਾਰ ਜ਼ਿਆਦਾ ਹੋਣ ਲੱਗਾ। ਮੁਖੋਂ ਹਾਏ ਨਾ ਕਿਹਾ, ਭਾਣਾ ਮਨ ਸਿਰ ਮੱਥੇ ਤਸੀਹੇ ਜਰਨ ਲੱਗੇ। ਹਾਕਮ ਬਾਰ-ਬਾਰ ਪੁੱਛਦੇ, ਅਜੇ ਵੀ ਈਨ ਮੰਨ ਲਓ, ਬਚ ਜਾਓਗੇ। ਕਈ ਵਾਰ ਵਜ਼ੀਰ ਖਾਂ ਆਇਆ ਤੇ ਇਸਲਾਮ ਦੀ ਰੱਟ ਰਟਾਉਣ ਲੱਗਾ। ਸਾਹਿਬਜ਼ਾਦਿਆਂ ਤੋਂ ਈਨ ਮਨਾ ਕੇ ਉਹ ਦੱਸਣਾ ਚਾਹੁੰਦਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੇ ਇਸਲਾਮ ਕਬੂਲ ਕਰ ਲਿਆ ਹੈ। ਇਸ ਨੂੰ ਉਹ ਆਪਣੀ ਵੱਡੀ ਜਿੱਤ ਸਮਝਦਾ ਸੀ, ਪਰ ਉਹ ਦਸਮ ਪਿਤਾ ਜੀ ਦੇ ਮਹਾਨ ਪੁੱਤਰ ਸੀ। ਆਪਣਾ ਧਰਮ ਤਿਆਗਣ ਲਈ ਹਰਗਿਜ਼ ਤਿਆਰ ਨਾ ਹੋਏ। ਦੋਵੇਂ ਜਲਾਦ ਨੰਗੀਆਂ ਤਲਵਾਰਾਂ ਲੈ ਕੇ ਕਰੂਰਤਾ ਭਰੇ ਰਵੱਈਏ ਨਾਲ ਨਿੱਕੀਆਂ ਜਿੰਦਾਂ ਦੇ ਸਾਹਮਣੇ ਆ ਖੜ ਗਏ। ਜ਼ਾਲਮ ਆਲੇ ਦੁਆਲੇ ਇੱਟਾਂ ਲਗਾਉਣ ਲੱਗ ਪਏ। ਕੋਮਲ ਪੈਰਾਂ ਤੇ ਇੱਟਾਂ ਦਾ ਭਾਰ ਜ਼ਿਆਦਾ ਹੋਣ ਲੱਗਾ। ਮੁਖੋਂ ਹਾਏ ਨਾ ਕਿਹਾ, ਭਾਣਾ ਮਨ ਸਿਰ ਮੱਥੇ ਤਸੀਹੇ ਜਰਨ ਲੱਗੇ। ਹਾਕਮ ਬਾਰ-ਬਾਰ ਪੁੱਛਦੇ, ਅਜੇ ਵੀ ਈਨ ਮੰਨ ਲਓ, ਬਚ ਜਾਓਗੇ। ਕਈ ਵਾਰ ਵਜ਼ੀਰ ਖਾਂ ਆਇਆ ਤੇ ਇਸਲਾਮ ਦੀ ਰੱਟ ਲਗਾਉਂਦਾ ਰਿਹਾ। ਸਾਹਿਬਜ਼ਾਦਿਆਂ ਤੋਂ ਈਨ ਮਨਾ ਕੇ ਉਹ ਦੱਸਣਾ ਚਾਹੁੰਦਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੇ ਇਸਲਾਮ ਕਬੂਲ ਕਰ ਲਿਆ ਹੈ। ਇਸ ਨੂੰ ਉਹ ਆਪਣੀ ਵੱਡੀ ਜਿੱਤ ਸਮਝਦਾ ਸੀ, ਪਰ ਉਹ ਦਸਮ ਪਿਤਾ ਜੀ ਦੇ ਮਹਾਨ ਪੁੱਤਰ ਸੀ। ਆਪਣਾ ਧਰਮ ਤਿਆਗਣ ਲਈ ਹਰਗਿਜ਼ ਤਿਆਰ ਨਾ ਹੋਏ। ਵਜ਼ੀਰ ਖਾਂ ਆਪਣੀ ਹਾਰ ਤੇ ਝੂਰਦਾ ਰਿਹਾ। ਸਾਹਿਬਜ਼ਾਦਿਆਂ ਦਾ ਉਸ ਦੇ ਜ਼ੋਰ ਨਾਲ ਸ਼ਰ੍ਹਾ ਵਿੱਚ ਨਾ ਆਉਣਾ ਹੀ ਉਸ ਦੀ ਵੱਡੀ ਹਾਰ ਸੀ। ਕੰਧ ਉੱਚੀ ਹੁੰਦੀ ਗਈ, ਇੱਟਾਂ ਲੱਗਦੀਆਂ ਗਈਆਂ। ਜਲਾਦ ਡਰਾ ਧਮਕਾ ਕੇ ਈਨ ਮੰਨਣ ਲਈ ਕਹਿੰਦੇ ਰਹੇ। ਹਾਕਮ ਜਮਾਤ ਨੇ ਰਾਜ ਦਰਬਾਰ ਵਿੱਚ ਸਭ ਤੋਂ ਉੱਚੇ ਅਹੁਦੇ ਦੇਣ ਅਤੇ ਮੂੰਹੋਂ ਬੋਲੀ ਹਰ ਗੱਲ ਮੰਨਣ ਲਈ ਕਿਹਾ। ਕਲਗੀਧਰ ਜੀ ਦੇ ਲਾਡਲੇ ਅਡੋਲ ਖੜੇ ਰਹੇ। ਉਹਨਾਂ ਨੇ ਪਾਪੀਆਂ ਦੀ ਕਿਸੇ ਵੀ ਗੱਲ ਵੱਲ ਧਿਆਨ ਨਾ ਦਿੱਤਾ। ਉਹ ਆਪਣੇ ਧਰਮ ਦੀ ਖਾਤਰ ਦੁੱਖਾਂ ਦੇ ਪਹਾੜ ਨਾਲ ਮੱਥਾ ਲਾ ਚੁੱਕੇ ਸੀ। ਕੰਧ ਛਾਤੀਆਂ ਤੱਕ ਆ ਗਈ, ਸਾਹ ਘੁੱਟ ਹੋਣ ਲੱਗਾ। ਚਿਹਰੇ ਸ਼ਾਂਤ ਤੇ ਪੂਰੇ ਜਾਹੋ ਜਲਾਲ ਵਿੱਚ ਹੀ ਰਹੇ। ਉਹਨਾਂ ਨੇ ਕੋਈ ਵੀ ਦੁੱਖ ਦਾ ਪ੍ਰਗਟਾਵਾ ਨਾ ਕੀਤਾ। ਦੋਨਾਂ ਵੀਰਾਂ ਨੇ ਇੱਕ ਦੂਜੇ ਵੱਲ ਦੇਖ ਕੋਈ ਆਖਰੀ ਨਿਰਣਾ ਲਿਆ ਤੇ ਅੱਖਾਂ ਬੰਦ ਕਰ ਲਈਆਂ। ਕੰਧ ਦੀਆਂ ਇੱਟਾਂ ਛਾਤੀਆਂ ਤੋਂ ਟੱਪ ਗਈਆਂ। ਕੋਮਲ ਚਿਹਰੇ ਚੁੱਪ ਤੇ ਸ਼ਾਂਤ ਹੋ ਗਏ। ਸਾਹਮਣੇ ਖੜੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਜਲਾਦਾਂ ਨੇ ਬਹੁਤ ਹੀ ਕਰੂਰਤਾ ਨਾਲ ਸਾਹਿਬਜ਼ਾਦਿਆਂ ਦੀਆਂ ਸਾਹ ਰਗਾਂ ਤਲਵਾਰਾਂ ਨਾਲ ਵੱਢ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਦੋਵਾਂ ਵੀਰਾਂ ਦੀਆਂ ਸਾਹ ਰਗਾਂ ਵੱਢ ਹੋ ਜਾਣ ਤੇ ਉਹਨਾਂ ਦੇ ਚਿਹਰੇ ਅੱਗੇ ਨੂੰ ਲਟਕ ਗਏ ਤੇ ਨਾਲ ਹੀ ਕੰਧ ਵੀ ਢਹਿ ਢੇਰੀ ਹੋ ਗਈ। ਧਰਤੀ ਤੇ ਡਿੱਗੇ ਹੋਏ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਦੇ ਸਵਾਸ ਪੂਰੇ ਹੋ ਚੁੱਕੇ ਸੀ। ਸਾਹਿਬਜ਼ਾਦਾ ਫਤਿਹ ਸਿੰਘ ਜੀ ਦੇ ਚਰਨ ਅੱਧੀ ਘੜੀ ਤੱਕ ਹਿਲਦੇ ਰਹੇ ਤੇ ਫਿਰ ਸਵਾਸ ਪੂਰੇ ਹੋ ਗਏ। ਧਰਮੀ ਲੋਕਾਂ ਦੀਆਂ ਧਾਹਾਂ ਨਿਕਲ ਗਈਆਂ। ਜ਼ੁਲਮੀ ਹਾਕਮ ਵੀ ਆਪਣੀ ਮਨੋਦਸ਼ਾ ਕਾਇਮ ਨਾ ਰੱਖ ਸਕੇ। ਪੂਰਾ ਸਰਹੰਦ ਸ਼ਹਿਰ ਹਲੂਣਿਆ ਗਿਆ। ਇਸ ਤੋਂ ਵੱਡਾ ਪਾਪ ਹੋਰ ਕੀ ਹੋਵੇਗਾ। ਨਿਰਦੋਸ਼ ਤੇ ਮਾਸੂਮ ਜਿੰਦਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਕੇ ਪਾਪੀ ਵਜ਼ੀਰ ਖਾਂ ਨੇ ਆਪਣੇ ਮਹੱਲਾਂ ਦੀਆਂ ਨੀਹਾਂ ਹਿਲਾ ਲਈਆਂ। ਅੱਜ ਤੋਂ ਹੀ ਕੋਹਾਂ ਤੱਕ ਵੱਸਦੇ ਸਰਹੰਦ ਸ਼ਹਿਰ ਨੇ ਉੱਜੜਨ ਦਾ ਮੁੱਢ ਬੰਨ੍ਹ ਲਿਆ। ਕਿੰਨੇ ਤਸੀਹੇ, ਕਿੰਨੇ ਦੁੱਖ ਦਿੱਤੇ ਗਏ, ਕਿੰਨੇ ਲਾਲਚ ਤੇ ਡਰਾਵੇ ਦਿੱਤੇ ਗਏ, ਕਿੰਨਿਆਂ ਕਣੇ ਕੀ ਕੁਝ ਬੋਲਿਆ ਹੋਵੇਗਾ। ਹਰ ਪਾਸੇ ਜ਼ਾਲਮ ਹੀ ਜ਼ਾਲਮ ਖੜੇ ਸੀ। ਵਿਚਕਾਰ ਕੋਮਲ ਤੇ ਮਾਸੂਮ ਜਿੰਦਾਂ। ਉਹਨਾਂ ਨਾਲ ਕਿੰਨਾ ਨਿਰਦਈਪੁਣਾ ਹੋਇਆ ਹੋਵੇਗਾ, ਪਰ ਉਹ ਨਿੱਕੇ ਤੇ ਮਹਾਨ ਯੋਧਿਆਂ ਨੇ ਆਪਣੇ ਧਰਮ ਤੋਂ ਪਾਸਾ ਨਾ ਵੱਟਿਆ। ਉਹ ਜਿਉਂਦੇ ਜੀ ਨੀਹਾਂ ਵਿੱਚ ਚਿਣ ਹੋ ਸ਼ਹੀਦੀ ਜਾਮ ਪੀ ਗਏ।
ਜਦੋਂ ਜ਼ਾਲਮਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਤਾਂ ਉਸ ਸਮੇਂ 13 ਪੋਹ ਦੇ ਦਿਨ ਦਾ ਸਵਾ ਪਹਿਰ ਬੀਤ ਚੁੱਕਿਆ ਸੀ। ਇੱਕ ਪਹਿਰ 3 ਘੰਟੇ ਦਾ ਹੁੰਦਾ ਹੈ। ਸਵਾ ਪਹਿਰ ਦੇ ਮੁਤਾਬਿਕ 9:45 ਹੋ ਚੁੱਕੇ ਸੀ। ਇਸ ਸਮੇਂ ਦਾ ਜ਼ਿਕਰ 20ਵੀਂ ਸਦੀ ਦੀਆਂ 2 ਗੁਰੂ ਪ੍ਰਣਾਲੀਆਂ ਵਿੱਚ ਆਉਂਦਾ ਹੈ। ਪ੍ਰਣਾਲੀ ਦਾ ਭਾਵ ਹੈ ਵੰਸ਼ ਜਾਂ ਬਿਓਰਾ। ਨਿਰਦਈ ਵਜ਼ੀਰ ਖਾਂ ਨੇ ਜਲਾਦਾਂ ਨੂੰ ਹੁਕਮ ਦਿੱਤਾ ਕਿ ਇਹਨਾਂ ਕਾਫਰਾਂ ਦੇ ਸਰੀਰਾਂ ਨੂੰ ਕਿਲੇ ਤੋਂ ਬਾਹਰ ਸੁੱਟ ਦੇਵੋ। ਜਲਾਦਾਂ ਨੇ ਸਾਹਿਬਜ਼ਾਦਿਆਂ ਦੇ ਸਰੀਰਾਂ ਨੂੰ ਕਿਲੇ ਦੀ ਕੰਧ ਦੇ ਨਾਲ ਵਗਦੀ ਹੰਸਲਾ ਨਦੀ ਦੇ ਕੋਲ ਸੁੱਟ ਦਿੱਤਾ ਤਾਂ ਕਿ ਉਹਨਾਂ ਦੇ ਸਰੀਰਾਂ ਦੀ ਬੇਅਦਬੀ ਹੁੰਦੀ ਰਹੇ। ਸ਼ਹੀਦੀ ਦਾ ਸਾਰਾ ਭਾਣਾ ਕਿਲੇ ਦੇ ਅੰਦਰ ਹੀ ਵਾਪਰਿਆ। ਕਚਹਿਰੀ ਵੀ ਕਿਲੇ ਦੇ ਅੰਦਰ ਹੀ ਸੀ ਕਿ ਗੁਰੂ ਜੀ ਦੇ ਮਾਤਾ ਜੀ ਤੇ ਪੁੱਤਰਾਂ ਨੂੰ ਨਵਾਬ ਨੇ ਕੈਦ ਕੀਤਾ ਹੋਇਆ ਹੈ ਤੇ ਅੱਜ ਉਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਮਾਰ ਦਿੱਤਾ ਜਾਵੇਗਾ। ਤਾਂ ਉਹ ਕਾਹਲੀ ਵਿੱਚ ਕਚਹਿਰੀ ਵੱਲ ਦੌੜਿਆ ਕਿ ਮੈਂ ਉਹਨਾਂ ਦੇ ਵੱਟੇ ਨਵਾਬ ਨੂੰ ਮੂੰਹੋਂ ਮੰਗਿਆ ਧਨ ਦੇ ਕੇ ਛੁਡਾ ਲਵਾਂਗਾ। ਪਰ ਇਸ ਦੇ ਆਉਂਦਿਆਂ ਭਾਣਾ ਵਰਤ ਚੁੱਕਾ ਸੀ। ਕੁਝ ਹੌਸਲਾ ਕਰ ਭਾਈ ਟੋਡਰ ਮੱਲ ਜੀ ਸਾਹੋ ਸਾਹੀ ਹੋਇਆ ਠੰਡੇ ਬੁਰਜ ਦੀਆਂ ਪੌੜੀਆਂ ਜਾ ਚੜਿਆ। ਅੱਗੇ ਬਿਰਧ ਮਾਤਾ ਪੋਤਿਆਂ ਦੀ ਖਬਰਸਾਰ ਉਡੀਕਦੀ ਕੋਲੇ ਨਾਲ ਢੋ ਲਾਈ ਬੈਠੀ ਸੀ। ਕਿਵੇਂ ਦੱਸਾਂ, ਕੀ ਦੱਸਾਂ, ਇਸ ਦਰਦ ਭਰੇ ਸਾਕੇ ਦੀ ਦਾਸਤਾਨ ਦੱਸ ਨਾ ਹੋਈ। ਮੂੰਹੋਂ ਕੁਝ ਬੋਲ ਨਾ ਹੋਇਆ। ਮਾਤਾ ਜੀ ਦੀਆਂ ਅੱਖਾਂ ਵਿੱਚ ਪੋਤਿਆਂ ਦੀ ਉਡੀਕ ਦੀ ਆਸ ਦੇਖ ਕੇ ਭਾਈ ਟੋਡਰ ਮੱਲ ਜੀ ਦਾ ਤਰਵਾਸ ਟੁੱਟ ਗਿਆ। ਉਹ ਹੰਝੂ ਕੇਰਦਾ ਹੋਇਆ ਮਾਤਾ ਦੇ ਚਰਨਾਂ ਨੂੰ ਚਿੰਬੜ ਗਿਆ। ਮਾਤਾ ਜੀ ਨੇ ਹੌਸਲਾ ਦੇ ਕੇ ਕਿਹਾ, ਕੀ ਹੋਇਆ? ਧੀਰਜ ਨਾਲ ਦੱਸ, ਕੀ ਭਾਣਾ ਵਰਤ ਗਿਆ? ਇਸ ਨੇ ਦਿਲ ਨੂੰ ਮਜ਼ਬੂਤ ਕਰਕੇ ਕਿਹਾ, ਅਸੀਂ ਆਪ ਜੀ ਲਈ ਕੁਝ ਨਾ ਕਰ ਸਕੇ। ਸਾਡੀ ਧਨ ਦੌਲਤ ਕਿਸੇ ਕੰਮ ਨਾ ਆ ਸਕੀ। ਆਪ ਜੀ ਦੇ ਪੋਤਿਆਂ ਨੂੰ ਛੁਡਾ ਨਾ ਹੋਇਆ। ਜ਼ਾਲਮਾਂ ਨੇ ਦੋਨਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ। ਅਸੀਂ ਮਾਸੂਮ ਜਿੰਦਾਂ ਨੂੰ ਛੁਡਾ ਨਾ ਸਕੇ ਕਹਿ ਉਹ ਫਿਰ ਤਾਂ ਹੀ ਰੋਣ ਲੱਗ ਪਿਆ। ਪਿਛਲੇ ਦਿਨਾਂ ਤੋਂ ਭਾਈ ਟੋਡਰ ਮੱਲ ਜੀ ਸਰਹੰਦ ਤੋਂ ਬਾਹਰ ਗਏ ਹੋਏ ਸੀ। ਉਸ ਨੂੰ ਆਉਂਦਿਆਂ ਹੀ ਸਾਰੀ ਖਬਰਸਾਰ ਮਿਲੀ। ਇਹ ਸੁਣਦਿਆਂ ਹੀ ਉਹ ਕਚਹਿਰੀ ਵੱਲ ਦੌੜਿਆ, ਪਰ ਅੱਗੇ ਸਭ ਭਾਣਾ ਵਰਤ ਚੁੱਕਾ ਸੀ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸੁਣ ਮਾਤਾ ਜੀ ਰੋਏ ਪਿੱਟੇ ਨਹੀਂ, ਉਹਨਾਂ ਵੈਣ ਕੀਰਨੇ ਨਾ ਪਾਏ। ਸ਼ਹੀਦੀ ਦੀ ਸਾਰੀ ਗੱਲ ਬਹੁਤ ਹੌਸਲੇ ਤੇ ਧੀਰਜ ਨਾਲ ਸੁਣੀ। ਇਹ ਅਡੋਲਤਾ ਉਹਨਾਂ ਵਿੱਚ ਕੁਦਰਤੀ ਸੀ ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਮਾਂ ਸੀ। ਮਾਤਾ ਜੀ ਨੇ ਕਿਹਾ ਉਹ ਆਪਣੇ ਬਾਬਾ ਜੀ ਦੇ ਰਾਹ ਤੇ ਚੱਲ ਕੇ ਉਹਨਾਂ ਦੀ ਗੋਦ ਵਿੱਚ ਜਾ ਵਿਰਾਜੇ ਨੇ। ਸਿੱਖੀ ਸਦਕ ਨੂੰ ਸਿਰ ਦੇ ਕੇ ਨਵਾ ਗਏ ਹਨ। ਮੈਂ ਵੀ ਉਹਨਾਂ ਦੇ ਕੋਲ ਚੱਲਦੀ ਹਾਂ। ਇਹ ਕਹਿ ਕੇ ਸਮਾਧੀ ਲੀਨ ਹੋ ਗਏ ਤੇ ਆਪਣੇ ਪ੍ਰਾਣ ਦਸਮ ਦੁਆਰ ਚੜਾ ਕੇ ਆਪਣਾ ਸਰੀਰ ਤਿਆਗ ਦਿੱਤਾ। ਮਾਤਾ ਜੀ ਪੂਰਨ ਜੋਗੀ ਸੀ। ਉਹ ਹਰਖ ਸੋਗ ਨੂੰ ਬਰਾਬਰ ਜਾਣਨ ਵਾਲੇ ਤੇ ਗੁਰਮਤ ਅਸੂਲਾਂ ਦੇ ਪੱਕੇ ਧਾਰਨੀ ਸੀ। ਇਸ ਲਈ ਉਹਨਾਂ ਨੇ ਕੈਦ ਦੇ ਸਮੇਂ ਜਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸੁਣ ਕੇ ਕੋਈ ਬਿਰਲਾਪ ਜਾਂ ਦੁਨਿਆਵੀ ਲੋਕਾਂ ਵਾਂਗ ਦੁੱਖ ਦੀ ਦੁਹਾਈ ਨਹੀਂ ਪਾਈ। ਮਾਤਾ ਜੀ ਨੇ ਕੈਦ ਦੇ ਸਮੇਂ ਜਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸੁਣ ਕੇ ਕੋਈ ਬਿਰਲਾਪ ਜਾਂ ਦੁਨਿਆਵੀ ਲੋਕਾਂ ਵਾਂਗ ਦੁੱਖਾਂ ਦੀ ਦੁਹਾਈ ਨਹੀਂ ਪਾਈ। ਇਸ ਨਾ ਸਹਾਰ ਹੋਣ ਵਾਲੇ ਦੁੱਖ ਨੂੰ ਵੀ ਉਹਨਾਂ ਨੇ ਸ਼ਾਂਤ ਚਿੱਤ ਆਪਣੇ ਅੰਦਰ ਹੀ ਅੰਦਰ ਜਰ ਲਿਆ। ਦਸਮ ਪਿਤਾ ਜੀ ਵਚਿੱਤਰ ਨਾਟਕ ਵਿੱਚ ਮਾਤਾ ਜੀ ਦੀ ਯੋਗ ਸਾਧਨਾ ਦਾ ਜ਼ਿਕਰ ਕਰਦੇ ਹਨ। ਤਾਤ ਮਾਤ ਮੁਰ ਅਲਖ ਅਰਾਧਾ, ਬਹੁਤ ਵਿਦ ਜੋਗ ਸਾਧਨਾ ਸਾਧਾ। ਪੋਤਿਆਂ ਦੀ ਸ਼ਹੀਦੀ ਦਾ ਸੁਣ ਦਾਦੀ ਮਾਂ ਸ਼ਹੀਦਾਂ ਦੀ ਕਤਾਰ ਦੀ ਮੋਢੀ ਜਾ ਬਣੀ। ਉਹ ਆਪਣੇ ਪਤੀ ਗੁਰੂ ਤੇਗ ਬਹਾਦਰ ਜੀ ਅਤੇ ਸਾਹਿਬਜ਼ਾਦਿਆਂ ਦੇ ਵਿੱਚ ਅਭੇਦ ਹੋ ਸੱਚਖੰਡ ਜਾ ਵਿਰਾਜੇ। ਟੋਡਰ ਮੱਲ ਜੀ ਸਾਰੀ ਘਟਨਾ ਨੂੰ ਅੱਖੀਂ ਦੇਖ ਬਹਿਬਲ ਹੋ ਉੱਠੇ। ਉਸਨੇ ਸ਼ਹੀਦਾਂ ਦਾ ਸੰਸਕਾਰ ਕਰਨ ਲਈ ਆਪਣੇ ਘਰ-ਬਾਰ ਦਾਅ ਤੇ ਲਾਉਣ ਦਾ ਮਨ ਬਣਾ ਲਿਆ। ਉਹ ਗੁਰੂ ਘਰ ਦਾ ਪੱਕਾ ਸ਼ਰਧਾਲੂ ਸੀ। ਨਵਾਬ ਵਜ਼ੀਰ ਖਾਂ ਕੋਲ ਜਾ ਕੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨ ਲਈ ਥਾਂ ਦੀ ਮੰਗ ਕੀਤੀ ਤੇ ਕਿਹਾ ਜਿੰਨਾ ਮਰਜ਼ੀ ਧਨ ਲੈ ਲਵੋ, ਪਰ ਮੈਨੂੰ ਉਹਨਾਂ ਦੇ ਸੰਸਕਾਰ ਕਰਨ ਦੀ ਥਾਂ ਜ਼ਰੂਰ ਦੇ ਦਿੱਤੀ ਜਾਵੇ। ਨਵਾਬ ਵਜ਼ੀਰ ਖਾਂ ਨੇ ਲਾਲਚ ਵਿੱਚ ਕਿਹਾ, ਜਿੰਨੇ ਥਾਂ ਵਿੱਚ ਸੋਨੇ ਦੀਆਂ ਮੋਹਰਾਂ ਵਿਛਾ ਦਿਓਗੇ ਉਹ ਥਾਂ ਤੁਹਾਨੂੰ ਮਿਲ ਸਕਦੀ ਹੈ। ਟੋਡਰ ਮੱਲ ਜੀ ਨੇ ਹਾਂ ਕਰ ਦਿੱਤੀ। ਨਵਾਬ ਵਜ਼ੀਰ ਖਾਂ ਦੇ ਹੁਕਮ ਨਾਲ ਚੌਧਰੀ ਅੱਤਾ ਨਾਂ ਦੇ ਜ਼ਿਮੀਂਦਾਰ ਦੀ ਜ਼ਮੀਨ ਵਿੱਚ
ਸੋਨੇ ਦੀਆਂ ਮੋਹਰਾਂ ਵਿਛਾ ਕੇ ਭਾਈ ਟੋਡਰ ਮੱਲ ਜੀ ਨੇ ਦੁਨੀਆ 'ਚ ਸਭ ਤੋਂ ਮਹਿੰਗੇ ਮੁੱਲ ਵਾਲਾ ਜ਼ਮੀਨ ਦਾ ਟੁਕੜਾ ਖਰੀਦਿਆ। ਅੱਜ ਤੱਕ ਕਿਸੇ ਵੀ ਜ਼ਮੀਨ ਲਈ ਇੰਨਾ ਜ਼ਿਆਦਾ ਮੁੱਲ ਕਿਸੇ ਨੇ ਨਹੀਂ ਤਾਰਿਆ। ਉਹਨਾਂ ਨੇ 1 ਕਰੋੜ 8 ਲੱਖ ਰੁਪਏ ਦੀਆਂ ਮੋਹਰਾਂ ਵਿਛਾਈਆਂ, ਜੋ ਇਹ ਕੀਮਤ ਉਸ ਵੇਲੇ ਦੀ ਸੀ। ਟੋਡਰ ਮੱਲ ਨੇ ਆਪਣੇ ਭਰਾ ਤੇ ਕੁਝ ਕੁ ਸਾਥੀਆਂ ਸਮੇਤ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਸਰੀਰਾਂ ਨੂੰ ਹੰਸਲਾ ਨਦੀ ਦੇ ਜਲ ਨਾਲ ਇਸ਼ਨਾਨ ਕਰਵਾ ਸੁੰਦਰ ਵਿਵਾਨ ਸਜਾਇਆ। ਚੰਦਨ ਦੀ ਲੱਕੜੀ ਨਾਲ ਚਿਖਾ ਤਿਆਰ ਕੀਤੀ। ਇਸ ਸਾਰੀ ਸੇਵਾ ਲਈ ਭਾਈ ਟੋਡਰ ਮੱਲ ਜੀ, ਉਸ ਦੇ ਭਰਾ ਨਾਗਰ ਮੱਲ, ਭਾਈ ਮੋਤੀ ਰਾਮ ਤੇ ਭਾਈ ਜੋਧ ਸਿੰਘ ਨੇ ਪੂਰਾ ਸਾਥ ਦਿੱਤਾ। ਇਹਨਾਂ ਤੋਂ ਇਲਾਵਾ ਗਿਣਤੀ ਦੇ ਚੰਦ ਲੋਕਾਂ ਦੇ ਸਹਿਯੋਗ ਨਾਲ ਅੰਗੀਠਾ ਤਿਆਰ ਕਰ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਇਕੱਠੇ ਇੱਕ ਥਾਂ ਸੰਸਕਾਰ ਕਰ ਦਿੱਤੇ। ਭਾਈ ਟੋਡਰ ਮੱਲ ਜੀ ਨੇ ਸੰਸਕਾਰ ਕਰਨ ਸਮੇਂ ਗੁਰਮਤਿ ਦਾ ਖਾਸ ਧਿਆਨ ਰੱਖਿਆ ਤਾਂ ਕਿ ਸ਼ਹੀਦਾਂ ਦੇ ਸੰਸਕਾਰ ਪੂਰੀ ਮਰਿਆਦਾ ਨਾਲ ਹੋ ਸਕਣ। ਭਾਈ ਟੋਡਰ ਮੱਲ ਜੀ ਤੇ ਇਹਨਾਂ ਦੇ ਸੰਗੀ ਸਾਥੀ ਕਿੰਨੀ ਦੇਰ ਤੱਕ ਅੰਗੀਠੇ ਕੋਲ ਖੜੇ ਅੱਖਾਂ 'ਚੋਂ ਅਥਰੂ ਕੇਰਦੇ ਰਹੇ। ਭਾਈ ਟੋਡਰ ਮੱਲ ਜੀ ਦੀ ਕੀਤੀ ਹੋਈ ਸੇਵਾ ਨੂੰ ਸਿੱਖ ਜਗਤ ਸਦਾ ਯਾਦ ਰੱਖੇਗਾ। ਉਹਨਾਂ ਦੀ ਇਸ ਮਹਾਨ ਘਾਲਣਾ ਨੂੰ ਸਦਾ ਨਮਸਕਾਰ ਹੁੰਦੀ ਰਹੇਗੀ। ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਇਤਿਹਾਸ ਦੇ ਬਸ ਇੰਨੇ ਹੀ ਪੰਨੇ। ਅੱਜ ਦਾ ਇਤਿਹਾਸ ਤੁਸੀਂ ਸੁਣ ਰਹੇ ਸੀ ਸੁਰਿੰਦਰ ਸਿੰਘ ਖਾਲਸਾ ਜੀ ਦੀ ਲਿਖੀ ਕਿਤਾਬ ਪੋਹ ਦੀਆਂ ਰਾਤਾਂ ਵਿੱਚੋਂ। ਦੋਸਤੋ, ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਕਮੈਂਟ ਬਾਕਸ ਦੇ ਵਿੱਚ ਇੱਕ ਵਾਰੀ ਵਾਹਿਗੁਰੂ ਜ਼ਰੂਰ ਲਿਖਣਾ। ਤੇ ਦੋਸਤੋ, ਭਵਿੱਖ ਦੇ ਵਿੱਚ ਅਗਰ ਤੁਸੀਂ ਚਾਹੁੰਦੇ ਹੋ ਕਿ ਚੰਗੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤਾਂ ਹੁਣੇ ਆਪਣੇ ਚੈਨਲ ਕਲਮ ਪੰਜਾਬ ਦੀ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਅੱਗੇ ਬਣੀ ਹੋਈ ਘੰਟੀ ਜ਼ਰੂਰ ਦਬਾ ਦੇਣਾ ਤਾਂ ਕਿ ਭਵਿੱਖ ਦੀਆਂ ਵੀਡੀਓ ਤੁਹਾਡੇ ਤੱਕ ਆਪਣੇ ਆਪ ਪਹੁੰਚ ਜਾਣ। ਅੱਜ ਲਈ ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।